ਸ਼੍ਰੀ ਅਕਾਲ ਪੰਜਾਬੀ ਤੜਕੇ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਤੇ ਮੈਂ ਹਾਂ ਤੁਹਾਡੇ ਨਾਲ ਤਨਦੀਪ ਕੌਰ ਤੇ ਮੇਰੇ ਨਾਲ ਨੇ ਮੇਰੀ ਸਹਿਯੋਗੀ ਰਮਨਦੀਪ ਕੌਰ। ਅਸੀਂ ਹਰ ਵਾਰ ਇਸ ਪ੍ਰੋਗਰਾਮ ਵਿੱਚ ਕੁਝ ਖਬਰਾਂ ਲੈ ਕੇ ਤੁਹਾਡੇ ਨਾਲ ਹਾਜ਼ਰ ਹੁੰਦੇ ਆ ਜਾਂ ਗੈਸਟ ਲੈ ਕੇ ਤੁਹਾਡੇ ਨਾਲ ਹਾਜ਼ਰ ਹੁੰਦੇ ਆ, ਲੇਕਿਨ ਅੱਜ ਅਸੀਂ ਸੋਚਿਆ ਕੁਝ ਅਲੱਗ ਟੌਪਿਕ ਅਲੱਗ ਗੱਲ ਦੇ ਉੱਪਰ ਅਸੀਂ ਵਿਚਾਰ ਕਰੀਏ, ਅਲੱਗ ਗੱਲ ਦੇ ਉੱਪਰ ਗੱਲਬਾਤ ਕਰੀਏ। ਲੇਕਿਨ ਕਿਹੜਾ ਟੌਪਿਕ ਤੁਸੀਂ ਤਸਵੀਰਾਂ 'ਚ ਵੀ ਸਾਫ਼ ਤੌਰ ਤੇ ਦੇਖ ਰਹੇ ਹੋਗੇ ਕਿ ਬੱਚਿਆਂ ਦੀ ਤਸਵੀਰਾਂ ਇੱਥੇ ਲੱਗੀਆਂ ਨੇ। ਬੱਚੇ ਕਿਉਂ? ਅਗਰ ਦੇਖਿਆ ਜਾਏ ਪੋਜ਼ਿਟਿਵ ਔਰ ਨੈਗੇਟਿविटी ਹਰ ਇੱਕ ਇਨਸਾਨ ਦੇ ਵਿੱਚ ਹੁੰਦੀ ਹੈ। बड़े इंसान ਆਪਾਂ ਕਿਵੇਂ ਜੱਜ ਕਰਨਾ ਹੈ बहुत ईजी है, हर कोई जज कर सकता है, लेकिन एक छोटा बच्चा पैदा होने तो लेके 2 साल तक बच्चे ਨੂੰ ਕਿਵੇਂ ਜੱਜ ਕਰ ਸਕਦਾ ਕਿ ਉਸਦੇ ਵਿੱਚ ਪੋਜ਼ਿਟਿਵਿਟੀ ਹੈ ਜਾਂ ਨੈਗੇਟਿਵਿਟੀ ਹੈ। ਰਮਨਦੀਪ ਕੋਲ ਅਸੀਂ ਜਾਣਾਂਗੇ ਕਿ ਰਮਨਦੀਪ ਛੋਟੇ ਬੱਚਿਆਂ ਕੋਲ ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਉਹਦੇ ਵਿੱਚ ਪੋਜ਼ਿਟਿਵਿਟੀ ਕਿਸ ਤਰ੍ਹਾਂ ਤੇ ਨੈਗੇਟਿਵ ਕਿਸ ਤਰ੍ਹਾਂ। ਤਨਦੀਪ ਦੇਖੋ, ਸਭ ਤੋਂ ਪਹਿਲਾਂ ਨਾ ਅਸੀਂ ਜਦੋਂ ਵੀ ਕਿਸੇ ਬੱਚੇ ਵੱਲ ਦੇਖਦੇ ਹਾਂ ਤਾਂ ਸਾਨੂੰ ਇਹ ਜੱਜ ਕਰਨਾ ਔਖਾ ਹੋ ਜਾਂਦਾ ਹੈ ਕਿ ਇਹ ਜਿਹੜਾ ਬੱਚਾ ਜਿਹਦੇ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ, ਅੱਜ ਅਸੀਂ ਗੱਲ ਹੀ ਇਹ ਕਰਾਂਗੇ ਕਿ ਬੱਚੇ ਦੀ ਗਰੋਥ ਦੇ ਉੱਪਰ ਕਿ ਸਟਾਰਟਿੰਗ ਤੋਂ ਆਪਾਂ ਬੱਚੇ ਨੂੰ ਦੇਖਦੇ ਹਾਂ ਕਿ ਅਸੀਂ ਇਹ ਦੇਖਣਾ ਹੁੰਦਾ ਹੈ ਕਿ ਸਾਨੂੰ ਜੱਜ ਕਰਨਾ ਔਖਾ ਹੋ ਜਾਂਦਾ ਕਿ ਇਹ ਬੱਚਾ ਜਿਹੜਾ ਹਾਂ ਪੱਖੀ ਸੋਚ ਦਾ ਬੱਚਾ ਹੈ ਜਾਂ ਨਾ ਪੱਖੀ ਸੋਚ ਦਾ ਬੱਚਾ ਹੈ, ਪੋਜ਼ਿਟਿਵਿਟੀ ਸੋਚ ਰੱਖਣ ਵਾਲਾ ਜਾਂ ਨੈਗੇਟਿਵਿਟੀ ਸੋਚ ਰੱਖਣ ਵਾਲਾ। ਤਾਂ ਉਹਦੇ ਉੱਤੇ ਨਾ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਉਦਾਹਰਨ ਦਊਂਗੀ। ਜਿਵੇਂ ਅਸੀਂ ਗੱਲ ਕਰਾਂਗੇ ਕਿ ਅਗਰ ਅਸੀਂ ਇੱਕ ਪਾਣੀ ਦਾ ਗਿਲਾਸ ਲੈਂਦੇ ਹਾਂ, ਉਹਦੇ ਵਿੱਚ ਅਸੀਂ ਥੋੜਾ ਪਾਣੀ ਨਹੀਂ ਪਾਉਂਦੇ ਤੇ ਥੋੜਾ ਜਿਹਾ ਪਾਣੀ ਪਾਉਂਦੇ ਹਾਂ, ਥੋੜਾ ਪਾਣੀ ਪਾਉਂਦੇ ਹਾਂ। ਅਸੀਂ ਉਸ ਗਿਲਾਸ ਨੂੰ ਕਿਸੇ ਬੱਚੇ ਦੇ ਮੂਹਰੇ ਲੈ ਕੇ ਜਾਂਦੇ ਹਾਂ ਔਰ ਅਸੀਂ ਉੱਥੇ ਉਸ ਬੱਚੇ ਕੋਲੋਂ ਪੁੱਛਦੇ ਹਾਂ ਕਿ ਇਹ ਗਿਲਾਸ ਦਾ ਦੱਸੋ ਕਿ ਕਿੱਦਾਂ ਹਿਸਾਬ ਕੀ ਹੈ। ਅਗਰ ਬੱਚਾ ਕਹੇਗਾ ਕਿ ਇਹ ਗਿਲਾਸ ਆ ਜਿਹੜਾ ਅੱਧਾ ਖਾਲੀ ਹੈ ਤਾਂ ਸਮਝ ਲਓ ਨਾ ਪੱਕੀ ਸੋਚ ਦਾ ਬੱਚਾ ਹੈ, ਕਿਉਂਕਿ ਉਹਨੇ ਪਹਿਲਾਂ ਨੈਗੇਟਿਵ ਚੀਜ਼ ਦੇਖੀ ਹੈ ਕਿ ਜਿਹੜੀ ਖਾਲੀ ਹੈ। ਔਰ ਦੂਸਰੀ ਗੱਲ ਕਿਹੜੀ ਹੈ ਕਿ ਗਿਲਾਸ ਆ ਜਿਹੜਾ ਭਰਿਆ ਹੋਇਆ। ਔਰ ਅਗਰ ਕੋਈ ਆਖੇਗਾ ਕਿ ਇਹ ਭਰਿਆ ਹੋਇਆ ਤਾਂ ਉਹ ਕਿ ਹਾਂ ਪੱਕੀ ਸੋਚ ਦਾ ਬੱਚਾ। ਤੇ ਅਗਰ ਬੱਚਾ ਬਿਨਾਂ ਕੁਝ ਕਹੇ ਉਸ ਗਲਾਸ ਨੂੰ ਹੀ ਥੱਲੇ ਸੁੱਟ ਦੇਵੇ ਤਾਂ ਸਮਝ ਲਓ ਇੱਕ ਅਮੋੜ ਘੋੜਾ ਹੈ ਜਿਹਨੂੰ ਮਾਪਿਆਂ ਨੇ ਹਾਲੇ ਤੱਕ ਕੁਝ ਸਿਖਾਇਆ ਹੀ ਨਹੀਂ ਹੈ। ਤੇ ਇਸ ਦੇ ਉੱਪਰ ਅਸੀਂ ਇਹੀ ਗੱਲ ਰਹੇਗੀ ਕਿ ਇਹ ਹਾਂ ਪੱਖੀ ਸੋਚ ਤੇ ਨਾ ਪੱਖੀ ਸੋਚ ਦੀ ਆਪਾਂ ਗੱਲ ਕੀਤੀ ਹੈ। ਤੇ ਦੂਜੀ ਅਸੀਂ ਗੱਲ ਇਹ ਵੀ ਕਰ ਸਕਦੇ ਹਾਂ ਕਿ ਕੋਈ ਅਜਿਹੀਆਂ ਕਈ ਚੀਜ਼ਾਂ ਵੀ ਹੁੰਦੀਆਂ ਨੇ, ਕਈ ਸਾਡੇ ਮਾਪਿਆਂ ਦੁਆਰਾ ਵੀ ਵਿਚਾਰੀਆਂ ਜਾਂਦੀਆਂ ਨੇ ਕਿ ਕੈਸੀ ਸ਼ਖਸੀਅਤ ਬੱਚੇ ਦੀ ਹੋਏਗੀ ਜਾਂ ਕੀ ਸਾਡੀਆਂ ਗੱਲਾਂ ਦਾ ਵੀ ਅਸਰ, ਪੇਰੈਂਟਸ ਦੀਆਂ ਗੱਲਾਂ ਦਾ ਵੀ ਅਸਰ ਬੱਚਿਆਂ ਤੇ ਬਹੁਤ ਜਲਦੀ ਪੈਂਦਾ। ਉਹਦੀ ਗੱਲ ਮੈਂ ਤੁਹਾਡੇ ਨਾਲ ਤਾਂ ਗੱਲ ਕਰ ਰਹੀ ਹਾਂ ਕਿਉਂਕਿ ਇੱਕ ਉਹਦੇ ਤੇ ਵੀ ਮੈਂ ਤੁਹਾਨੂੰ ਇੱਕ ਉਦਾਹਰਨ ਦਊਂਗੀ। ਦੇਖੋ, ਕਿਸੇ ਦੇ ਘਰ ਵਿੱਚ ਆਪਾਂ ਮੰਨ ਲਓ ਚੋਰੀ ਹੋ ਜਾਂਦੀ ਹੈ, ਬਿਲਕੁਲ ਸਭ ਤੋਂ ਪਹਿਲਾਂ ਜਿਹੜੇ ਤਾਂ ਮਾਂ ਪਿਓ ਚੋਰੀ ਵੇਖ ਕੇ ਪਹਿਲਾਂ ਢਾਹਾਂ ਮਾਰਨੀਆਂ ਸ਼ੁਰੂ ਕਰ ਦਿੰਦੇ ਨੇ ਕਿ ਹਾਏ ਹਾਏ ਚੋਰੀ ਹੋ ਗਈ ਆ, ਪਤਾ ਨਹੀਂ ਕੀ ਲੁੱਟਿਆ ਗਿਆ, ਸਾਡਾ ਸਾਰਾ ਕੁਝ ਲੁੱਟਿਆ ਗਿਆ। ਤਾਂ ਉਹ ਉਹਨਾਂ ਨੇ ਇਹ ਫਿਕਰ ਨਹੀਂ ਕੀਤੀ ਕਿ ਚਲੋ ਚੋਰੀ ਹੋਈ ਆ ਕਿ ਬੱਚਾ ਤਾਂ ਠੀਕ ਠਾਕ ਆ, ਘਰ ਦੇ ਅੰਦਰ ਬੱਚਾ ਸੀ ਲੇਕਿਨ ਬੱਚਾ ਠੀਕ ਠਾਕ ਹੈ, ਉਹਦੇ ਵੱਲ ਧਿਆਨ ਨਹੀਂ ਦਿੱਤਾ। ਤਾਂ ਦੂਜੇ ਇਹ ਵੀ ਮਾਪੇ ਹੁੰਦੇ ਨੇ ਜਿਨ੍ਹਾਂ ਦੇ ਘਰ ਦੇ ਅੰਦਰ ਕਿਸੇ ਦੇ ਵੀ ਚੋਰੀ ਹੋ ਗਈ ਆ, ਉਹਦੀ ਆਪਾਂ ਗੱਲ ਕਰਦੇ ਆ ਤਾਂ ਉਹ ਕੀ ਕਰਦੇ ਨੇ, ਨਾਰਮਲ ਰਹਿੰਦੇ ਨੇ, ਉਹ ਵੀ ਸੰਤੁਸ਼ਟ ਰਹਿੰਦੇ ਨੇ ਕਿ ਚਲੋ ਕੋਈ ਗੱਲ ਨਹੀਂ, ਚੰਗਾ ਹੋਇਆ, ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ। ਤਾਂ ਉਹ ਹੋ ਗਏ ਦੂਜੀ ਸੋਚ ਦੇ ਮਾਪੇ। ਤੇ ਤੀਜੀ ਸੋਚ ਦੇ ਮਾਪੇ ਇਹ ਹੁੰਦੇ ਆ ਕਿ ਜਿਹੜੇ ਬਈ ਹਾਰਟ ਅਟੈਕ ਹੀ ਹੋ ਜਾਂਦਾ ਕਿ ਚੋਰੀ ਹੋ ਗਈ, ਪਤਾ ਨਹੀਂ ਕੀ ਹੋ ਗਿਆ, ਸਾਡਾ ਸਾਰਾ ਮਤਲਬ ਵੀ ਇੱਕ ਤਾਂ ਪਹਿਲੀ ਸੋਚਦੇ ਹੋ ਗਏ ਘਬਰਾ ਗਏ, ਦੂਜੀ ਦੇ ਹੋ ਗਏ ਬਿਲਕੁਲ ਨਾਰਮਲ ਰਹੇ, ਤੀਜੀ ਦੇ ਹੋ ਗਏ ਹਾਰਟ ਅਟੈਕ ਹੀ ਹੋ ਗਿਆ, ਸਮਝ ਲਓ ਮਾਰੀ ਗਏ ਕਿ ਹੁਣ ਤਾਂ ਸਾਡਾ ਟੈਨਸ਼ਨ ਜ਼ਿਆਦਾ ਰਹਿ ਗਈ, ਰਿਹਾ ਹੀ ਕੁਛ ਨਹੀਂ, ਸਾਡੇ ਪੱਲੇ ਤਾਂ ਰਿਹਾ ਹੀ ਕੁਛ ਨਹੀਂ। ਅਗਰ ਇਹ ਤਿੰਨੇ ਸੋਚਦੇ ਮਾਪੇ ਨੇ, ਇਹਨਾਂ ਦੀ ਸੋਚ ਦਾ ਅਸਰ ਬੱਚਿਆਂ ਦੀ ਜਿਹੜੀ ਸ਼ਖਸੀਅਤ ਆ, ਜਿਹੜੀ ਸਟਾਰਟਿੰਗ ਜਿਹੜਾ ਉਹਦੇ ਤੇ ਉਹਨੇ ਹਜੇ ਗਰੋ ਕਰਨਾ, ਉਹਦੇ ਤੇ ਬਹੁਤ ਜ਼ਿਆਦਾ ਅਸਰ ਪਵੇਗਾ। ਕਿਉਂਕਿ ਅਗਰ ਪਹਿਲੀ ਸੋਚ ਦਾ ਬੱਚਾ ਹੋਏਗਾ ਉਹ ਕਿਸੇ ਵੀ ਇਮਤਿਹਾਨ ਦੇ ਅੰਦਰ ਘਬਰਾ ਜਾਏਗਾ ਕਿਉਂਕਿ ਉਹਦੇ ਮਾਪਿਆਂ ਨੇ ਸ਼ੁਰੂ ਤੋਂ ਨਹੀਂ ਸਿਖਾਇਆ ਕਿ ਅਗਰ ਕੋਈ ਵੀ ਤੁਹਾਡੇ ਤੇ ਪੈ ਗਈ, ਮੁਸੀਬਤ ਪੈ ਗਈ ਤਾਂ ਘਬਰਾ ਜਾਓ, ਤਾਂ ਉਹ ਬੱਚਾ ਘਬਰਾਏਗਾ। ਦੂਜੀ ਦਾ ਉਹਨੂੰ ਔਖਾ ਤੋਂ ਔਖਾ ਇਮਤਿਹਾਨ ਦੇ ਦਿਓ, ਉਹ ਨਾਰਮਲ ਰਹੇਗਾ, ਉਹ ਖੁਸ਼ੀ ਤੇ ਗਮੀ ਦੇ ਅੰਦਰ ਵੀ ਨਾਰਮਲ ਰਹੇਗਾ। ਤੇ ਤੀਜੀ ਵਾਲਾ ਉਹ ਵੀ ਆਪਣੇ ਮਾਪਿਆਂ ਦੀ ਤਰ੍ਹਾਂ ਟੈਟੇਰੀ ਹੈ ਜਿਹੜੀ ਢਾ ਦੇਗਾ। ਇਹਨੂੰ ਆਪਾਂ ਕਹਿੰਦੇ ਆ ਕਿ ਇਹ ਇੱਕ ਮਾਪਿਆਂ ਦੀ ਸ਼ਖਸੀਅਤ ਦਾ ਜਿਹੜਾ ਅਸਰ ਆ ਉਹ ਸਟਾਰਟਿੰਗ ਗਰੋਥ ਦੇ ਉੱਤੇ ਬੱਚਿਆਂ ਤੇ ਪੈਂਦਾ। ਬਿਲਕੁਲ ਰਮਨ ਨੇ ਵੀ ਜਿਵੇਂ ਤੁਸੀਂ ਕਿਹਾ ਕਿ ਹਾਂ ਪੱਕੀ ਸੋਚ ਔਰ ਨਾ ਪੱਕੀ ਸੋਚ, ਤੁਸੀਂ ਐਗਜ਼ਾਮਪਲ ਵੀ ਦਿੱਤੀ ਪਾਣੀ ਦੇ ਗਿਲਾਸ ਨੂੰ ਲੈ ਕੇ। ਅਗਰ ਬੱਚਾ ਕਹਿੰਦਾ ਕਿ ਗਿਲਾਸ ਅੱਧਾ ਹੈ, ਅਗਰ ਬੱਚਾ ਕੋਈ ਸੋਚੇਗਾ ਕੋਈ ਗੱਲ ਨਹੀਂ ਅੱਧਾ ਹੈ ਲੇਕਿਨ ਮੈਂ ਪੀ ਲਵਾਂ, ਤੇ ਉਹ ਹਾਂ ਪੱਕੀ ਸੋਚ ਦਾ ਵੀ ਹੋਵੇਗਾ। ਉਸਨੂੰ ਸਿਰਫ ਪੀਣ ਨਾਲ ਮਤਲਬ ਹੈ, ਇਹ ਨਹੀਂ ਹੋਵੇਗਾ ਕਿ ਅੱਧਾ ਹੈ ਕਿ ਭਰੇ ਹੈ, ਉਹ ਹਾਂ ਪੱਕੀ ਦਾ ਸੋਚ ਹੋਵੇਗਾ। ਲੇਕਿਨ ਜੇ ਗਿਲਾਸ ਆਲਰੇਡੀ ਭਰੇ ਦਾ ਹੋਵੇਗਾ ਤੇ ਉਸ ਤੋਂ ਬਾਅਦ ਅਗਰ ਉਹ ਕਿਵੇਂ ਪਤਾ ਚੱਲੇਗਾ ਹਾਂ ਬਾਈ ਅਗਰ ਨਾ ਪੱਕੀ ਸੋਚ ਦਾ ਵੀ ਹੋਇਆ ਤਾਂ ਇਹ ਵੀ ਬੋਲੇਗਾ ਨਾ ਕਿ ਇਹ ਹਾਂ ਭਰੇ ਦਾ ਗਿਲਾਸ ਹੈ। ਦੇਖੋ ਮੈਂ ਤਾਂ ਦੱਸਦੀ ਹਾਂ, ਅੱਜ ਤੁਸੀਂ ਇਹ ਵੀ ਗੱਲ ਬਹੁਤ ਸੋਹਣੀ ਕੀਤੀ ਹੈ ਕਿ ਜਿਹੜਾ ਭਰਿਆ ਹੋਇਆ ਗਿਲਾਸ ਹੈ ਨਾ, ਸ਼ਾਇਦ ਉਹ ਬੱਚੇ ਨੂੰ ਕੁਝ ਸਿਖਾ ਹੀ ਨਹੀਂ ਪਾਏਗਾ ਕਿਉਂਕਿ ਭਰੇ ਹੋਏ ਨੂੰ ਭਰਨਾ ਥੋੜਾ ਜਿਹਾ ਔਖਾ ਹੁੰਦਾ ਵਾ। ਕਿ ਅਗਰ ਅਸੀਂ ਭਰਿਆ ਹੋਇਆ ਗਿਲਾਸ ਉਹਦੇ ਅੰਦਰ ਵੀ ਲੈ ਕੇ ਜਾਂਦੇ ਨਾ ਤਾਂ ਉਹ ਬੱਚੇ ਦੀ ਸੋਚ ਨੂੰ ਅਸੀਂ ਉਜਾਗਰ ਨਹੀਂ ਕਰ ਸਕਦੇ।
ਲੇਕਿਨ ਅਗਰ ਅਸੀਂ ਉਸ ਨੂੰ ਖਾਲੀ ਰੱਖਾਂਗੇ ਤਾਂ ਹੀ ਇਹ ਐਸਾ ਹੀ ਇੱਕ ਬੱਚੇ ਦੇ ਦਿਮਾਗ ਦਾ ਵੀ ਹੁੰਦਾ। ਅਗਰ ਉਸ ਬੱਚੇ ਦਾ ਦਿਮਾਗ, ਇਹ ਨਹੀਂ ਆਪਾਂ ਨੂੰ ਕਦੀ ਵੀ ਸੋਚ ਲੈਣਾ ਚਾਹੀਦਾ, ਇਹ ਚੀਜ਼ ਸਾਡੇ ਤੇ ਵੀ ਲਾਗੂ ਹੁੰਦੀ ਆ ਕਿ ਸਾਨੂੰ ਵੀ ਆਪਣਾ ਆਪ ਹਮੇਸ਼ਾ ਲੱਗਣਾ ਚਾਹੀਦਾ ਕਿ ਮੇਰਾ ਕਿਤੇ ਨਾ ਕਿਤੇ ਹਿੱਸਾ ਖਾਲੀ ਹੈ। ਅਗਰ ਅਸੀਂ ਖਾਲੀ ਨਹੀਂ ਹੋਵਾਂਗੇ ਤਾਂ ਅਸੀਂ ਸਿੱਖਾਂਗੇ ਕਿਵੇਂ? ਬਿਲਕੁਲ, ਇਹ ਗੱਲ ਤਾਂ ਬਹੁਤ ਵਧੀਆ ਕਹੀ ਰਮਨ ਤੁਸੀਂ। ਕਾਫੀ ਇੰਟਰਸਟਿੰਗ ਜਿਹੜਾ ਸੀ ਇਹ ਲੱਗਿਆ ਮੈਨੂੰ। ਉਸ ਤੋਂ ਬਾਅਦ ਇਹ ਤੇ ਗੱਲ ਰਹੀ ਛੋਟੇ ਬੱਚਿਆਂ ਦੀ। ਅਗਰ ਆਪਾਂ ਗੱਲ ਕਰੀਏ 2 ਸਾਲ ਤੋਂ ਵੱਧ ਬੱਚਿਆਂ ਦੀ, ਤੇ ਉਹਨਾਂ ਨੂੰ ਕੀ ਪਤਾ ਚੱਲੇਗਾ ਉਹਨਾਂ ਦੇ ਬਾਰੇ? ਦੇਖੋ, ਜਿਹੜਾ 2 ਸਾਲ ਦੀ ਤੁਸੀਂ ਗੱਲ ਕੀਤੀ ਆ, ਇਹਦੇ ਉੱਤੇ ਬੱਚਾ ਕੀ ਆ ਕਿ ਹੁਣ ਦੇਖੋ 2 ਸਾਲ ਦਾ ਬੱਚਾ ਕਾਫੀ ਕੁਝ ਸਮਝਣ ਲੱਗ ਜਾਂਦਾ, ਠੀਕ ਹੈ। ਆਪਾਂ ਦੇਖਦੇ ਆ ਵੀ ਚੀਜ਼ਾਂ ਨੂੰ ਸਮਝਦਾ, ਆਪਣੀਆਂ ਗੱਲਾਂ ਨੂੰ ਸਮਝਦਾ। ਉਹਦੇ ਉੱਤੇ ਕੀ ਹੁੰਦਾ, ਉਹ ਜਿਹੜੀ ਸਟੇਜ ਹੁੰਦੀ ਹੈ ਨਾ, ਉਹ ਬੱਚੇ ਦੀ ਹੁੰਦੀ ਯਕੀਨ ਦੀ ਸਟੇਜ। ਬਿਲਕੁਲ, ਮੈਨੂੰ ਵੀ ਇਹ ਲੱਗਦਾ ਕਿ ਉਸ ਟਾਈਮ ਤੇ ਬੱਚਾ ਉਸ ਤੇ ਭਰੋਸਾ ਕਰ ਸਕਦਾ, ਭਾਵੇਂ ਉਹਦੇ ਮਾਪੇ ਹੋਣ ਜਾਂ ਫਿਰ ਜਿੱਦ ਨਾਲ ਉਹ ਰਹਿ ਰਿਹਾ, ਕਿਉਂਕਿ ਉਹ ਜਿਹੜਾ ਸਮਾਂ ਹੁੰਦਾ ਉਹ ਹੁੰਦਾ ਯਕੀਨ ਦਾ ਸਮਾਂ। ਇੱਥੇ ਵੀ ਸਭ ਤੋਂ ਜਿਹੜਾ ਪਹਿਲਾ ਰੋਲ ਆ, ਸਭ ਤੋਂ ਮੁੱਢਲਾ ਰੋਲ ਆ, ਉਹ ਬਣਦਾ ਮਾਪਿਆਂ ਦਾ। ਅਗਰ ਤੁਹਾਡੇ ਬੱਚੇ ਦਾ ਯਕੀਨ ਸਟਾਰਟਿੰਗ ਦੇ ਉੱਪਰੋਂ ਤੁਹਾਡੇ ਤੋਂ ਟੁੱਟ ਗਿਆ ਤਾਂ ਉਹ ਸ਼ਾਇਦ ਉਹ ਜਿਹੜਾ 2 ਸਾਲ ਦਾ ਵਕਤ ਤੁਸੀਂ ਗਵਾ ਦਿੱਤਾ ਨਾ ਉਹਨੂੰ ਦੇਣ ਵਾਲਾ, ਤਾਂ ਉਹ ਸ਼ਾਇਦ ਤੁਸੀਂ ਅੱਗੇ ਨਹੀਂ ਦੇ ਪਾਓਗੇ। ਉਹ ਲੰਘਿਆ ਵੇਲਾ ਮਾਪਿਆਂ ਦੇ ਹੱਥ ਕਦੀ ਵੀ ਨਹੀਂ ਆਏਗਾ। ਜਿਹੜਾ ਉਹ 2 ਸਾਲ ਦਾ ਸਮਾਂ ਵਾ ਉਹਦੇ ਵਿੱਚ, ਕਿਉਂਕਿ ਜਿਹੜਾ 2 ਸਾਲ ਦਾ ਬੱਚਾ ਹੁੰਦਾ ਵਾ, ਦੇਖੋ ਜਦੋਂ 2 ਸਾਲ ਦਾ ਬੱਚਾ ਚੱਲਣ ਲੱਗਦਾ, 1.5 ਸਾਲ ਦਾ, ਉਹ ਜਦੋਂ ਚੱਲਦਾ ਵਾ ਉਹਨੂੰ ਪਤਾ ਅਗਰ ਮੈਂ ਚੱਲ ਰਿਹਾ, ਅਗਰ ਮੈਂ ਡਿੱਗ ਗਿਆ ਤਾਂ ਮੇਰੀ ਮਾਂ ਨੇ ਮੈਨੂੰ ਚੁੱਕ ਲੈਣਾ। ਬਿਲਕੁਲ, ਉਹ ਚੱਲਦਾ ਕਿਹਦੇ ਸਹਾਰੇ ਆ? ਯਕੀਨ ਦੇ ਸਹਾਰੇ। ਉਸਨੂੰ ਨਹੀਂ ਪਤਾ ਹੁੰਦਾ ਕਿ ਮੇਰੇ ਨਾਲ ਕੀ ਹੋਣਾ, ਲੇਕਿਨ ਉਹਨੂੰ ਆਪਣੀ ਮਾਂ ਤੇ ਯਕੀਨ ਪੂਰਾ ਹੁੰਦਾ। ਬਿਲਕੁਲ, ਉਹ ਤਾਂ ਹੁੰਦਾ। ਬਿਲਕੁਲ, ਅਗਰ ਉਹ ਵਕਤ ਇੱਕ ਮਾਂ ਨੇ ਜਾਂ ਇੱਕ ਬਾਪ ਨੇ ਆਪਣੇ ਬੱਚੇ ਨੂੰ ਨਹੀਂ ਨਾ ਦਿੱਤਾ ਤਾਂ ਸ਼ਾਇਦ ਉਹ 2 ਸਾਲ ਦਾ ਜਿਹੜਾ ਵੇਲਾ ਲੰਘ ਗਿਆ ਨਾ, ਉਹ ਹੱਥ ਨਹੀਂ ਆਉਣਾ। ਰਮਨ, ਮੈਨੂੰ ਲੱਗਦਾ ਜਿਹੜਾ 2 ਸਾਲ ਤੋਂ 4 ਸਾਲ ਦੇ ਵਿੱਚ ਜਿਹੜਾ ਸਮੇਂ ਹੈ ਉਹ ਪੂਰਾ ਸਮੇਂ ਯਕੀਨ ਦਾ ਹੀ ਰਹਿੰਦਾ। ਬਿਲਕੁਲ, ਉਹ ਜਿਹੜਾ 2 ਤੋਂ ਲੈ ਕੇ ਸਮਝ ਲਓ 3 ਸਾਲ ਦਾ ਜਿਹੜਾ ਆਪਾਂ ਸਮਾਂ ਵਾ, ਉਹ ਆ ਯਕੀਨ ਦਾ ਰਹਿੰਦਾ। ਉਸ ਦੇ ਬਾਅਦ ਤਨਦੀਪ ਮੈਂ ਗੱਲ ਕਰੂੰਗੀ 2 ਤੋਂ 4 ਸਾਲ ਦੇ ਵਿਚਕਾਰ ਦੀ, ਜਿਵੇਂ ਤੁਸੀਂ ਗੱਲ ਕੀਤੀ ਹੈ, ਯਕੀਨ ਦਾ ਜ਼ਰੂਰ ਰਹਿੰਦਾ, ਕਿਉਂਕਿ ਮਾਪਿਆਂ ਦੇ ਨਾਲ ਬੱਚਾ ਬਹੁਤਾ ਟੱਚ ਰਹਿੰਦਾ, ਠੀਕ ਹੈ। ਮਾਪਿਆਂ ਦੇ ਅੰਡਰ ਆਬਜ਼ਰਵੇਸ਼ਨ 'ਚ ਬਹੁਤਾ ਹੁੰਦਾ, ਬਾਹਰ ਗਿਆ ਨਹੀਂ ਹੁੰਦਾ, ਸਕੂਲ ਹਜੇ ਸ਼ੁਰੂ ਹੋਇਆ ਨਹੀਂ ਹੁੰਦਾ, ਤਾਂ ਜ਼ਿਆਦਾ ਜਿਹੜਾ ਮੇਨ 4 ਸਾਲ ਤੱਕ ਦਾ ਰੋਲ ਆ ਉਹ ਮਾਪਿਆਂ ਦਾ ਹੀ ਰਹਿੰਦਾ। ਤਾਂ ਆਪਾਂ ਹੁਣ ਮੈਂ ਤੁਹਾਡੇ ਨਾਲ ਗੱਲ ਕਰਾਂਗੀ 2 ਤੋਂ ਲੈ ਕੇ 4 ਸਾਲ ਤੱਕ ਦੀ, ਕਿ ਬੱਚੇ ਦਾ ਉਹ ਕਿਹੜਾ ਪੱਖ ਹੁੰਦਾ। ਉਹ ਹੁੰਦਾ ਬੱਚੇ ਦਾ ਸ਼ਰਮ ਤੇ ਸ਼ਖਸੀਅਤ ਦਾ ਪੱਖ। ਕਿਉਂਕਿ ਆਪਾਂ ਨਾ ਅਕਸਰ ਸੋਚਦੇ ਆ ਤਨਦੀਪ ਭਾਈ, ਅਕਸਰ ਗੱਲ ਸੋਚੀ ਜਾਂਦੀ ਹੈ ਕਿ ਜਿਹੜੀ ਸ਼ਰਮ ਆ ਨਾ ਉਹ ਸਾਡੇ ਵਿੱਚ ਜਵਾਨੀ ਵਿੱਚ ਜਾ ਕੇ ਆਉਂਦੀ ਆ, ਲੇਕਿਨ ਤੁਹਾਨੂੰ ਪਤਾ ਕਿ ਜਿਹੜੀ ਸ਼ਰਮ ਆ ਨਾ ਉਹ ਬੱਚੇ 'ਚ 2 ਤੋਂ ਲੈ ਕੇ 4 ਸਾਲ ਦੇ ਅੰਦਰ ਹੀ ਆਉਣ ਲੱਗ ਜਾਂਦੀ। ਤੁਸੀਂ ਨੋਟਿਸ ਕਰਿਓ, ਛੋਟਾ ਬੱਚਾ ਜਦੋਂ ਪਹਿਲਾਂ ਉਹਨੂੰ ਨਹੀਂ ਪਤਾ ਹੁੰਦਾ, ਲੇਕਿਨ ਜਦੋਂ ਤੁਸੀਂ 3 ਸਾਲ ਦਾ ਬੱਚਾ ਆਉਂਦਾ ਨਾ, ਉਹ ਜਦੋਂ ਨਹਾ ਕੇ ਬਾਹਰ ਨਿਕਲਦਾ ਤਾਂ ਉਹ ਕਹਿੰਦਾ ਮੈਨੂੰ ਟਾਵਲ 'ਚ ਲਪੇਟੋ। ਬਿਲਕੁਲ, ਇਹ ਵੀ ਇੱਕ ਗੱਲ ਹੈ ਕਿ ਉਹਦੇ ਵਿੱਚ ਕੀ ਹੈ, ਸ਼ਰਮ ਆਉਣੀ ਸ਼ੁਰੂ ਹੋ ਗਈ। ਇਹ ਉਹਦੀ ਸਮਝ ਲਓ ਸ਼ਰਮ ਸਟਾਰਟ ਹੋ ਗਈ। ਤਾਂ ਇੱਕ ਮੈਂ ਤੁਹਾਨੂੰ ਇੱਕ ਕਿੱਸਾ ਵੀ ਸੁਣਾਉਂਗੀ। ਡਾਕਟਰ ਹਰਸ਼ਿੰਦਰ ਕੌਰ ਦਾ ਮੈਂ ਸੁਣਿਆ ਸੀ, ਬਹੁਤ ਵਧੀਆ ਨੇ ਉਹਨਾਂ ਨੂੰ ਡਾਕਟਰ ਸਾਹਿਬ, ਉਹਨਾਂ ਦੀ ਮੈਂ ਗੱਲ ਸੁਣੀ ਸੀ। ਉਹਨਾਂ ਦਾ ਵੀ ਮੈਂ ਇੱਥੇ ਇੱਕ ਗੱਲ ਸੁਣੀ ਸੀ, ਉਹਨਾਂ ਨੇ ਕਿਹਾ ਸੀਗਾ ਕਿ ਅਗਰ ਬੱਚੇ 'ਚ ਸ਼ਰਮ, ਦੇਖੋ ਇੱਕ ਬੱਚਾ ਕਹਿੰਦਾ ਕਿ ਛੋਟੇ ਜਿਹੇ ਬੱਚੇ ਦੀ ਗੱਲ ਉਹਨਾਂ ਨੇ ਸੁਣਾਈ ਕਿ ਇੱਕ ਬੱਚਾ ਕਹਿੰਦਾ ਕਿ ਜਦੋਂ ਅਲਟਰਾਸਾਊਂਡ ਕਰਦੇ ਨੇ ਨਾ, ਉਹਦੇ ਅੰਦਰ ਦਿਖਦਾ ਹੈ ਕਿ ਬੱਚਾ ਕੀ ਮੂਵਮੈਂਟ ਕਰ ਰਿਹਾ, ਕੀ ਕਰ ਰਿਹਾ, ਅਲਟਰਾਸਾਊਂਡ ਦੇ ਅੰਦਰ ਤੁਹਾਨੂੰ ਦਿਖਦਾ। ਤਾਂ ਉਹ ਬੱਚੇ ਨੇ ਇੱਕ ਗੱਲ ਆਖੀ ਕਿ ਹਾਂ ਉਦੋਂ ਤੇ ਮੈਂ ਮਤਲਬ ਬਿਲਕੁਲ ਕੁਝ ਪਾਇਆ ਵੀ ਨਹੀਂ ਸੀ, ਤਾਂ ਮੈਨੂੰ ਸਾਰਿਆਂ ਨੇ ਇਦਾਂ ਦੇਖਿਆ, ਤੇ ਪ੍ਰਮਾਤਮਾ ਨੂੰ ਚਾਹੀਦਾ ਕਿ ਥੋੜਾ ਜਿਹਾ ਸਾਨੂੰ ਕੁਝ ਪਾ ਕੇ ਭੇਜਣ ਧਰਤੀ ਦੇ ਉੱਤੇ। ਕਿ ਦੇਖੋ 2 ਤੋਂ 4 ਸਾਲ ਦੇ ਬੱਚੇ ਦੇ ਅੰਦਰ ਸ਼ਰਮ ਆ ਗਈ। ਇੱਥੋਂ ਇਹ ਸਮਝ ਸਕਦੇ ਆਪਾਂ ਇਸ ਬੱਚੇ ਦੇ ਕਿੱਸੇ ਦੇ ਉੱਤੋਂ। ਬਿਲਕੁਲ, ਇਹ ਕਿੱਸਾ ਜਿਹੜਾ ਬਹੁਤ ਹੀ ਮਜ਼ੇਦਾਰ ਸੀ, ਲੇਕਿਨ ਇਹ ਕਿੱਸਾ ਜਿਹੜਾ ਬਿਲਕੁਲ ਹੀ ਸੱਚ ਹੈ। ਸ਼ਰਮ ਬੱਚੇ ਵਿੱਚ ਸ਼ੁਰੂ ਵਿੱਚ ਹੀ ਆਉਂਦੀ ਹੈ, ਹਰ ਇੱਕ ਘਰ ਵਿੱਚ ਵੇਖਿਆ ਜਾਂਦਾ ਹੋਏਗਾ। ਅਗਰ ਅਕਸਰ ਕਿਸੇ ਬੱਚੇ ਵਿੱਚ ਸ਼ਰਮ ਨਹੀਂ ਹੋਏ, ਜਿਹੜੇ ਨਹਾ ਕੇ ਨਿਕਲਦਾ, ਕਈ ਵਾਰ ਬੱਚੇ ਇਵੇਂ ਵੀ ਦੌੜ ਜਾਂਦੇ ਨੇ, ਲੇਕਿਨ ਮਾਪੇ ਵੀ ਜਦੋਂ ਉਹਨੂੰ ਪਰੇਸ਼ਾਨ ਕਰਦੇ ਨੇ ਜਾਂ ਉਹਨੂੰ ਛੇੜਦੇ ਨੇ, ਹਾਏ ਤੂੰ ਕੱਪੜੇ ਨਹੀਂ ਪਾਏ, ਤੇ ਲੱਗਦਾ ਉਸ ਚੀਜ਼ ਤੋਂ ਨਾ ਬੱਚੇ ਵਿੱਚ ਵੀ ਸ਼ਰਮ ਜ਼ਿਆਦਾ ਆਉਂਦੀ ਹੈ। ਨਹੀਂ, ਦੇਖੋ ਇਹ ਕੀ ਹੈ ਕਿ ਇਹ ਮੈਨੂੰ ਇਹ ਸਮਝਾਉਂਦਾ ਇਹ ਸੀਗਾ ਕਿ ਆਪਾਂ ਅਕਸਰ ਸੋਚਦੇ ਹਾਂ ਵੀ ਬੱਚੇ 'ਚ ਜਿਹੜੀ ਸ਼ਰਮ ਜਵਾਨੀ 'ਚ ਆਉਂਦੀ ਹੈ, ਲੇਕਿਨ ਸ਼ਰਮ ਆ ਜਿਹੜੀ, ਇਹ ਤੇ ਗੱਲ ਕਰਨ ਦਾ ਇਹ ਸਾਡਾ ਮਕਸਦ ਹੈ ਕਿ ਸ਼ਰਮ ਆ ਜਿਹੜੀ 2 ਤੋਂ 4 ਸਾਲ ਦੇ ਬੱਚੇ ਦੇ ਵਿੱਚ ਆਉਣੀ ਸ਼ੁਰੂ ਹੋ ਜਾਂਦੀ ਆ। ਔਰ ਇੱਥੇ ਹੀ ਜਿਹੜਾ ਸਮਾਂ ਨਾ 2 ਤੋਂ 4 ਸਾਲ ਦਾ ਸਮਾਂ, ਇਹ ਸ਼ਖਸੀਅਤ ਬਣਾਉਣ ਦਾ ਸਮਾਂ ਕਿ ਕੈਸਾ ਰਹੇਗਾ ਤੁਹਾਡਾ ਬੱਚਾ ਅੱਗੇ। ਕਿਉਂਕਿ ਦੇਖੋ ਇਹ 2 ਤੋਂ 4 ਸਾਲ ਦੇ ਅੰਦਰ ਤੁਸੀਂ ਜਿਹੜੇ ਗੁਣ ਬੱਚੇ ਨੂੰ ਦੇ ਦਿੱਤੇ ਨਾ, ਉਹ ਬੱਚਾ ਕਦੀ ਵੀ ਡਗਮਗਾਏਗਾ ਨਹੀਂ। ਬਿਲਕੁਲ ਰਮਨ, ਮੈਨੂੰ ਲੱਗਦਾ ਅਗਰ ਇਸ ਸਮੇਂ ਦੇ ਵਿੱਚ ਅਗਰ ਅਸੀਂ ਬੱਚੇ ਨੂੰ ਸਟਰੋਂਗ ਬਣਾਉਣਾ, ਕਿਵੇਂ ਬਣਾਉਣਾ ਹੈ, ਉਹ ਸਿਰਫ ਉਹਨਾਂ ਦੇ ਮਾਪਿਆਂ ਦੇ ਉੱਪਰ। ਉਹ 2 ਤੋਂ 4 ਸਾਲ ਦਾ ਹੀ ਸਮਾਂ ਵਾ। ਕਿਉਂਕਿ ਦੇਖੋ ਅਗਰ ਤੁਸੀਂ ਆਪਣੇ ਬੱਚੇ ਨੂੰ 2 ਤੋਂ 4 ਸਾਲ ਦੇ ਅੰਦਰ ਗੱਲਾਂ ਹੀ ਉਹ ਕੀਤੀਆਂ ਨਾ ਡਰੂ ਜੀਆਂ ਤੇ ਦਬੂ ਜੀਆਂ ਵਾਲੀਆਂ, ਤੇ ਉਹ ਸਾਰੀ ਜ਼ਿੰਦਗੀ ਡਰਿਆ ਤੇ ਦਬਿਆ ਹੀ ਰਹੇਗਾ। ਇਸ ਕਰਕੇ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਜ਼ਰੂਰ ਮੈਂ ਸਮਝਾਵਾਂਗੀ ਕਿ ਜਿਹੜਾ 2 ਤੋਂ 4 ਸਾਲ ਦਾ ਜਿਹੜਾ ਸਮਾਂ ਵਾ ਨਾ, ਉਹ ਬੱਚਿਆਂ ਦੀ ਸ਼ਰਮ ਤੇ ਸ਼ਖਸੀਅਤ
ਉਹਨਾਂ ਦੇ ਉੱਭਰ ਕੇ ਜਿਹੜੀ ਸਾਹਮਣੇ ਆਉਂਦੀ ਸਾਹਮਣੇ ਹੈ। ਆਉਣੀ ਚਾਹੀਦੀ। ਰਮਨ ਮੇਰਾ ਇੱਕ ਸਵਾਲ ਹੋਰ ਰਹੇਗਾ, ਅਕਸਰ 2 ਤੋਂ 4 ਸਾਲ ਦੇ ਬੱਚੇ ਸਭ ਨੂੰ ਪਤਾ ਕਿ ਬਹੁਤ ਹੀ ਜ਼ਿਆਦਾ ਸ਼ਰਾਰਤੀ ਹੁੰਦੇ ਨੇ ਤੇ ਉਹਨਾਂ ਨੂੰ ਨਾ ਜਿਹੜੇ ਸਵਾਉਣ ਦਾ ਟਾਈਮ ਆਉਂਦਾ ਨਾ, ਕਹਿੰਦੇ ਨੇ ਸਵਾਉਂਦੇ ਨੇ ਨਹੀਂ ਬਾਹਰ ਕੋਈ ਆ ਗਿਆ ਉਹਨੂੰ ਸਵਾ ਦਿਓ ਜਾਂ ਇਦਾਂ ਦੀਆਂ ਗੱਲਾਂ, ਡਰਾਇਆ ਜਿਹੜਾ ਨਾ ਬੱਚੇ ਨੂੰ ਕਾਫੀ ਜ਼ਿਆਦਾ ਜਾਂਦਾ। ਤੇ ਕੀ ਲੱਗਦਾ ਹੈ ਕਿ ਜ਼ਰੂਰੀ ਹੈ ਕਿ ਬੱਚੇ ਨੂੰ ਡਰਾਇਆ ਜਾਏ? ਨਾ ਬਿਲਕੁਲ, ਮੈਂ ਤੁਹਾਨੂੰ ਦੱਸਦੀ ਹਾਂ, ਇਹੀ ਤੇ ਗੱਲ ਆ ਕਿ ਅਸੀਂ ਸ਼ਖਸੀਅਤ ਉਹਦੀ ਦਬਾ ਦਿੱਤੀ। ਬਿਲਕੁਲ ਦੇਖੋ ਅਸੀਂ ਆਪਣਾ ਦੇਖਿਆ, ਹੋਰ ਵੀ ਬਹੁਤ ਕੁਝ ਹੁੰਦੀ ਹੈ, ਬੱਚੇ ਨੂੰ ਲਾਡ ਨਾਲ ਸਮਝਾਓ, ਪਿਆਰ ਨਾਲ ਸਮਝਾਓ, ਭੂਤ ਆ ਗਈ, ਇਹ ਆ ਗਿਆ, ਫੜਨ ਵਾਲੇ ਆ ਗਏ, ਐਸਾ ਕੁਝ ਵੀ ਨਹੀਂ ਬੱਚੇ, ਕਿਉਂਕਿ ਉਹ ਬੱਚਾ ਨਾ ਹਮੇਸ਼ਾ ਉਹਦਾ ਦਿਲ ਪਤਲਾ ਪੈ ਜਾਏਗਾ, ਹਮੇਸ਼ਾ ਅਜਿਹਾ ਹੀ ਰਹੇਗਾ। ਔਰ ਦੂਸਰਾ ਤੰਦੀਪ, ਮੈਂ ਤੁਹਾਨੂੰ ਦੱਸਦੀ ਹਾਂ, ਜਿਹੜੀ ਇਹ ਸਟੇਜ ਹੁੰਦੀ ਹੈ ਨਾ, ਇਸ ਦੇ ਬਾਅਦ ਦੀ ਸਟੇਜ, ਉਹਦੀ ਵੀ ਮੈਂ ਮਾੜੀ ਜੀ ਗੱਲ ਕਰਾਂਗੀ ਕਿ ਇਸ ਦੇ ਬਾਅਦ ਦੀ ਜਿਹੜੀ ਸਟੇਜ ਹੁੰਦੀ ਆ, ਉਹਦੇ ਤੇ ਹੁੰਦਾ ਗਲਤੀਆਂ ਦਾ ਅਹਿਸਾਸ ਹੋਣਾ। ਤੁਹਾਨੂੰ ਪਤਾ, ਆਪਾਂ ਨੂੰ 2 ਤੋਂ 4 ਸਾਲ ਦਾ ਜਦੋਂ ਆਪਾਂ ਬੱਚਾ ਦੇਖਦੇ ਆ, ਉਹਨੇ ਜਿਹੜੀ ਚੀਜ਼ ਸੁੱਟਤੀ, ਕੋਈ ਬਹੁਤਾ ਫਰਕ ਨਹੀਂ ਪੈਂਦਾ ਉਹਨੂੰ ਕਿ ਡਿੱਗ ਗਿਆ ਤਾਂ ਡਿੱਗ ਗਿਆ, ਅਗਰ ਉਹ ਖੁਦ ਵੀ ਡਿੱਗ ਰਿਹਾ ਤਾਂ ਉਹ ਰੋ ਰਿਹਾ, ਉਹਨੂੰ ਨਹੀਂ ਪਤਾ। ਲੇਕਿਨ ਉਸ ਦੇ ਬਾਅਦ ਦਾ ਜਿਹੜਾ ਸਮਾਂ ਨਾ, ਉਹਦੇ ਵਿੱਚ ਕੀ, ਅਗਰ ਉਹਦੇ ਕੋਲ ਕੋਈ ਚੀਜ਼ ਡਿੱਗ ਜਾਂਦੀ ਆ ਜਾਂ ਉਹਦੇ ਕੋਲ ਕੋਈ ਨੁਕਸਾਨ ਹੋ ਜਾਂਦਾ, ਤਾਂ ਸਾਨੂੰ ਸਾਫ਼ ਪਤਾ ਲੱਗਣ ਲੱਗ ਗਿਆ ਕਿ ਉਹਨੂੰ ਨਾ ਹੁਣ ਥੋੜਾ ਜਿਹਾ ਗਲਤੀ ਦਾ ਅਹਿਸਾਸ ਹੋਣ ਲੱਗ ਗਿਆ। ਬਿਲਕੁਲ ਕਿ ਮੈਂ ਗਲਤੀ ਕਰ ਬੈਠਾ, ਹੁਣ ਇਸ ਗਲਤੀ ਨੂੰ ਮੈਂ ਮਤਲਬ ਕਿ ਇਸ ਜਿਹੜਾ ਕਿਵੇਂ ਕਰਾਂ, ਠੀਕ ਕਰਾਂ, ਮੈਨੂੰ ਡਾਂਟ ਨਾ ਪੈ ਜਾਏ, ਮੈਂ ਇਹਨੂੰ ਐਕਸਪਲੇਨ ਕਿਵੇਂ ਕਰਾਂ। ਬਿਲਕੁਲ ਕਈ ਵਾਰ ਨਾ ਇਦਾਂ ਵੀ ਹੁੰਦਾ, ਬੱਚੇ ਨੇ ਅਗਰ ਗਲਤੀ ਨਹੀਂ ਕੀਤੀ ਹੁੰਦੀ ਨਾ, ਤਾਂ ਵੀ ਬੱਚਾ ਜੋ ਸੱਚ ਬੋਲਦਾ ਹੋਵੇਗਾ ਉਸ ਦੇ ਉੱਪਰ ਵਿਸ਼ਵਾਸ ਨਹੀਂ ਕੀਤਾ ਜਾਂਦਾ। ਬੱਚੇ ਨੂੰ ਡਰ ਰਹਿੰਦਾ ਕੀ ਪਤਾ ਮੇਰੀ ਗੱਲ ਦਾ ਕੋਈ ਵਿਸ਼ਵਾਸ ਵੀ ਕਰੇਗਾ ਨਹੀਂ, ਕਿ ਇਹ ਚੀਜ਼ ਵੀ ਨਾ ਕਾਫੀ ਦੇਖੀ ਜਾਂਦੀ ਬੱਚਿਆਂ ਦੀ। ਬਿਲਕੁਲ, ਕਿਉਂਕਿ ਨਾ ਇੱਥੇ ਵੀ ਦੇਖੋ, ਇਹ ਮਾਪਿਆਂ ਦਾ ਹੀ ਰੋਲ ਹੈ। ਹਰ ਇੱਕ ਚੀਜ਼ ਨੂੰ ਬੱਚੇ ਨੂੰ ਸਮਝਣਾ ਬਹੁਤ ਜ਼ਰੂਰੀ ਆ। ਮਾਪਿਆਂ ਦੇ ਕੋਲ ਹੁੰਦੇ ਨੇ 1 ਤੋਂ ਲੈ ਕੇ 4 ਸਾਲ ਤੱਕ ਦੇ ਬੱਚਿਆਂ ਦੇ ਸਮਝਣ ਦਾ, ਕਿਉਂਕਿ ਉਸ ਸਮੇਂ ਬੱਚੇ ਕਿਤੇ ਨਹੀਂ ਜਾ ਰਹੇ ਹੁੰਦੇ, ਬੱਚੇ ਸਿਰਫ ਮਾਪਿਆਂ ਦੇ ਅੰਡਰ ਹੁੰਦੇ ਆ। ਤੇ ਚੌਥੀ ਜਿਹੜੀ ਸਟੇਜ ਹੁੰਦੀ ਆ, ਉਹ ਹੁੰਦੀ ਆ ਬੱਚੇ ਦੇ ਸਕੂਲ ਜਾਣ ਦੀ ਸਟੇਜ, ਜਦੋਂ ਮਾਪਿਆਂ ਤੋਂ ਪਰੇ ਹੋ ਜਾਂਦਾ। ਜਦੋਂ ਮਾਪਿਆਂ ਤੋਂ ਪਰੇ ਹੁੰਦਾ ਤਾਂ ਉਹਦੇ ਵਿੱਚ ਬਹੁਤ ਸਾਰੇ, ਉੱਥੇ ਸਕੂਲ ਜਾਣ ਦੇ ਨਾਲ ਵੀ ਬੜੇ ਸਾਰੇ ਜਿਹੜੇ ਨਿਖਾਰ ਆਉਂਦੇ ਨੇ, ਆਗਿਆ ਕਰਨ ਦੀ ਭਾਵਨਾ। ਜਦੋਂ ਅਧਿਆਪਕ ਕੋਈ ਗੱਲ ਕਹਿੰਦਾ ਕਿ ਮੈਂ ਇਹਦੇ ਤੇ ਕਿਵੇਂ ਅਮਲ ਕਰਨਾ, ਜੇ ਮੇਰੇ ਅਧਿਆਪਕ ਨੇ ਕਿਹਾ ਬਹਿ ਜਾਓ ਤਾਂ ਮੈਂ ਬਹਿਣਾ, ਜੇ ਅਧਿਆਪਕ ਨੇ ਕਿਹਾ ਖੜੇ ਹੋਵੋ ਤਾਂ ਖੜੇ ਹੋਣਾ। ਦੂਜੀ ਇਹ ਗੱਲ ਹੁੰਦੀ ਆ ਕਿ ਬੱਚੇ ਦੇ ਅੰਦਰ ਇਸ ਸਮੇਂ ਹੁੰਦਾ ਜਿਹੜਾ ਉਹਦੇ 'ਚ ਲੀਡਰਸ਼ਿਪ ਦੀ ਭਾਵਨਾ। ਬਿਲਕੁਲ, ਕਿ ਇੱਕ ਲੀਡਰਸ਼ਿਪ ਵੀ ਉਹਦੇ ਵਿੱਚ ਆਉਂਦੀ ਹੈ, ਜਿਹੜੀ ਚੌਥੀ ਸਟੇਜ ਹੁੰਦੀ ਹੈ, ਜਦੋਂ ਉਹ ਬੱਚਾ ਜਿਹੜਾ ਸਕੂਲ ਜਾਣ ਲੱਗਦਾ। ਇੱਕ ਤਾਂ ਉਹਦੇ ਅੰਦਰ ਆਉਂਦੀ ਹੈ ਲੀਡਰਸ਼ਿਪ ਦੀ ਭਾਵਨਾ। ਦੂਜਾ ਤੰਦੀਪ, ਜਦੋਂ ਬੱਚਾ ਕਲਾਸ ਦੇ ਅੰਦਰ ਜਾਂਦਾ ਨਾ, ਉਹ ਘੱਟ ਤੋਂ ਘੱਟ 30 ਬੱਚਿਆਂ ਦੇ ਅੰਦਰ ਬਹਿੰਦਾ, ਤਾਂ ਉਹਨੂੰ ਕੀ ਆ, ਮਿਲ ਕੇ ਰਹਿਣ ਦੀ ਭਾਵਨਾ। ਬਿਲਕੁਲ, ਉਹ ਵੀ ਉਹਦੇ ਅੰਦਰ ਆਉਂਦੀ ਹੈ। ਕਿਉਂਕਿ ਜਦੋਂ ਅਸੀਂ ਦੇਖਦੇ ਆ ਘਰ ਦੇ ਅੰਦਰ ਤਾਂ ਬੱਚਾ, 1 ਬੱਚਾ ਜਾਂ 2 ਬੱਚਾ, 3 ਬੱਚੇ, ਠੀਕ ਹੈ, ਉਹ ਆਪਸ ਦੇ ਵਿੱਚ ਰਹਿ ਰਹੇ ਨੇ। ਲੇਕਿਨ ਜਦੋਂ ਆਪਾਂ 30 ਬੱਚਿਆਂ ਦੀ ਕਲਾਸ ਦੇ ਅੰਦਰ ਬੱਚਾ ਬੈਠਾ, ਤਾਂ ਉਹਦੇ ਅੰਦਰ ਕੋਆਰਡੀਨੇਸ਼ਨ ਦੀ, ਉਹਦੇ ਅੰਦਰ ਏਕਤੇ ਦੀ, ਉਹਦੇ ਅੰਦਰ ਮਿਲ ਕੇ ਰਹਿਣ ਦੀ ਭਾਵਨਾ ਜਿਹੜੀ ਉਹ ਵੀ ਆਉਂਦੀ ਹੈ। ਮੈਨੂੰ ਲੱਗਦਾ ਇਹ ਜਿਹੜੀ ਭਾਵਨਾ ਰਮਨ, ਇਹ ਵੀ ਪੇਰੈਂਟਸ ਦਾ ਇਸ ਵਿੱਚ ਵੀ ਬਹੁਤ ਜ਼ਿਆਦਾ ਰੋਲ ਹੈ। ਅਗਰ ਉਹ ਵੀ ਉਹੀ ਦੱਸਾਂਗੇ ਕਿ ਕਿਵੇਂ ਮਿਲ ਕੇ ਰਹਿਣਾ ਹੈ, ਕਿਵੇਂ ਕਰਨਾ ਹੈ, ਤੇ ਬੱਚਾ ਅੱਗੇ ਜਿਹੜਾ ਉਸ ਤਰ੍ਹਾਂ ਹੀ ਵਧੇਗਾ। ਮੇਨ ਰੋਲ ਜਿਹੜਾ ਮਾਪਿਆਂ ਕੋਲ ਸਿਰਫ 1 ਸਾਲ ਤੋਂ ਲੈ ਕੇ 4 ਸਾਲ ਤੱਕ ਹੈ ਬੱਚਿਆਂ ਕੋਲ, ਕਿ ਕਿਵੇਂ ਬੱਚਿਆਂ ਨੂੰ ਤੁਸੀਂ ਸਮਝ ਸਕਦੇ ਹੋ, ਕਿਵੇਂ ਤੁਸੀਂ ਬੱਚੇ ਨੂੰ ਬਣਾ ਸਕਦੇ ਹੋ ਕਿ ਬੱਚੇ ਤੁਹਾਨੂੰ ਸਮਝ ਸਕਣ। ਕਿਉਂਕਿ ਇਹ ਚੀਜ਼ਾਂ ਨਾ ਅੱਜ ਕੱਲ੍ਹ ਕਾਫੀ ਜ਼ਿਆਦਾ ਜਿਹੜੀ ਦੇਖਣੇ ਨੂੰ ਮਿਲਦੀਆਂ ਕਿ ਬੱਚਿਆਂ ਦੇ ਵਿੱਚ ਔਰ ਮਾਪਿਆਂ ਦੇ ਵਿੱਚ ਨਾ ਕਾਫੀ ਜ਼ਿਆਦਾ ਗੈਪ, ਜਿਹੜਾ ਡਿਸਟੈਂਸ ਹੈ ਨਾ, ਬਿਲਕੁਲ। ਇਹ ਜਿਹੜਾ ਸਮਾਂ ਨਾ, ਉਹ ਸ਼ਾਇਦ ਜਿਹੜੀਆਂ ਸਾਡੀਆਂ ਕਹਿ ਸਕਦੇ ਆਪਾਂ ਤੰਦੀਪ, ਇੱਥੇ ਪੇਰੈਂਟਸ ਦੀਆਂ ਮਜਬੂਰੀਆਂ ਵੀ ਕਹਿ ਸਕਦੇ ਆ। ਲੇਕਿਨ ਇਹ ਵਕਤ ਹੀ ਐਸਾ ਕਿ ਹਰ ਇੱਕ ਬੰਦਾ, ਹਰ ਇੱਕ ਲੇਡੀ ਵੀ ਇਸ ਸਮੇਂ ਵਰਕਿੰਗ ਹੈ, ਉਹਨਾਂ ਨੂੰ ਵੀ ਕੰਮ ਕਰਨਾ ਪੈ ਰਿਹਾ। ਖੈਰ, ਲੇਕਿਨ ਇਹ ਅਸੀਂ ਤੁਹਾਨੂੰ ਤਾਂ ਸਮਝਾ ਰਹੇ ਆ ਕਿ ਜਿਹੜਾ ਚਲੋ ਬਾਅਦ ਦੇ ਵਿੱਚ ਕੰਮ ਧੰਦੇ ਸਾਡੇ ਚੱਲਦੇ ਰਹਿਣਗੇ, ਲੇਕਿਨ 1 ਤੋਂ ਲੈ ਕੇ 5 ਜਿਹੜਾ 4 ਸਾਲ ਤੱਕ ਬੱਚਾ, ਉਸ ਤੋਂ ਬਾਅਦ ਤੰਦੀਪ ਬੱਚਾ ਸਕੂਲ ਚਲਾ ਜਾਂਦਾ ਹੈ, ਕਾਫੀ ਵਕਤ ਉਹ ਆਪਣਾ ਸਕੂਲ ਦੇ ਅੰਦਰ ਗੁਜ਼ਾਰਦਾ ਹੈ। ਤਾਂ ਇਹ ਸਮਾਂ ਜਿਹੜਾ ਸਾਂਭਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ। ਤੇ ਮੈਂ ਤੁਹਾਡੇ ਨਾਲ ਗੱਲ ਕੀਤੀ ਕਿ ਚੌਥਾ ਪੜਾਅ ਜਿਹੜਾ ਹੁੰਦਾ, ਉਹ ਨਾ ਹੁੰਦਾ ਸਕੂਲ ਜਾਣ ਦਾ। ਬਿਲਕੁਲ। ਤੇ ਤੰਦੀਪ, ਇਹਦੇ ਅੰਦਰ ਹੀ ਜਿਹੜਾ ਇਸ ਸਕੂਲ ਦੇ ਬਾਅਦ ਦਾ ਪੜਾਅ ਹੁੰਦਾ, ਉਹ ਹੁੰਦਾ ਬੱਚੇ ਦੇ ਕਰੈਕਟਰ ਦਾ, ਚਰਿੱਤਰ ਦਾ। ਉਹਦੇ ਅੰਦਰ ਕੀ ਹੁੰਦਾ ਕਿ ਜਿਹੜਾ ਚਰਿੱਤਰ, ਜਿਹੜਾ ਕਰੈਕਟਰ ਬੱਚੇ ਦਾ ਇੱਕ ਵਾਰੀ ਸਾਹਮਣੇ ਆ ਗਿਆ, ਉਸ ਦੇ ਬਾਅਦ ਉਹਨੂੰ ਚਾਹੇ ਤੁਸੀਂ 100 ਵਾਰ ਉਹਦੇ 'ਚ ਅਪ ਡਾਊਨ ਕਰ ਲਓ, ਉਤਰਾ ਚੜਾ ਲੈ ਕੇ ਆਉਂਦੇ ਰਹੋ, ਲੇਕਿਨ ਉਹ ਜਿਹੜਾ ਇੱਕ ਵਾਰੀ ਕਿਸੇ ਨੇ ਉਹਦਾ ਕਰੈਕਟਰ ਉਹਦੀ ਅੱਖਾਂ ਦੇ ਮੂਹਰੇ ਆ ਗਿਆ, ਉਹੀ ਕਰੈਕਟਰ ਦੂਸਰੇ ਬੰਦੇ ਦੀ ਸੋਚ ਦੇ ਅੰਦਰ ਬਹਿ ਜਾਂਦਾ ਕਿ ਇਹ ਬੰਦਾ, ਇਹ ਬੱਚਾ ਇਸ ਚਰਿੱਤਰ ਦਾ ਹੁੰਦਾ। ਤੇ ਇਸ ਚਰਿੱਤਰ ਦੇ ਨਾਲ ਨਾਲ ਤੰਦੀਪ, ਤੁਹਾਨੂੰ ਦੱਸਾਂ, ਇੱਕ ਕੋਨੇ ਦੇ ਅੰਦਰ ਬੈਠੀ ਹੁੰਦੀ ਇਹੋ ਜਿਹੀ ਸ਼ਖਸੀਅਤ ਜਿਹੜੀ ਹੁੰਦੀ ਮਾਇਆ। ਬਿਲਕੁਲ। ਮਾਇਆ ਨੂੰ ਤੁਸੀਂ ਕਿਸੇ ਵੀ ਪੱਖ ਨਾਲ ਲੈ ਲਓ, ਚਾਹੇ ਉਹ ਸਾਡੀ ਜਵਾਨੀ ਨਾਲ ਸੰਬੰਧਿਤ ਹੋਵੇ, ਚਾਹੇ ਉਹ ਸਾਡੇ ਸ਼ੌਂਕਾਂ ਦੇ ਨਾਲ ਸੰਬੰਧਿਤ ਹੋਵੇ,
ਚਾਹੇ ਉਹ ਸਾਡੇ ਕਿਸੇ ਨਾਲ ਵੀ, ਉਹਨੂੰ ਆਪਾਂ ਪਾਰਟਿਕੂਲਰ ਨਾਮ ਦੇ ਦਿੱਤਾ ਮਾਇਆ। ਉਹ ਜਿਹੜਾ ਸਕੂਲ ਦੇ ਬਾਅਦ ਦਾ ਸਮਾਂ ਹੁੰਦਾ ਨਾ, ਉਹਦੇ ਅੰਦਰ ਮਾਇਆ ਤੋਂ ਪਰੇ ਹੋਣਾ ਬਹੁਤ ਜ਼ਰੂਰੀ ਹੁੰਦਾ। ਔਰ ਮੈਂ ਤੁਹਾਨੂੰ ਇੱਕ ਗੱਲ ਇੱਥੇ ਦੱਸ ਦਵਾਂ, ਜਿਹੜਾ ਬੱਚਾ ਉਹ ਵਕਤ ਚੋਂ ਲੰਘ ਗਿਆ ਨਾ, ਉਹਦੀ ਸ਼ਖਸੀਅਤ ਕਦੀ ਡੋਲੇਗੀ ਨਹੀਂ। ਬਿਲਕੁਲ, ਕਿਉਂਕਿ ਆਪਣੇ ਚਰਿੱਤਰ ਨੂੰ ਨਿਖਾਰ ਲਿਆ। ਕਿਉਂਕਿ ਮਾਇਆ ਜਿਹੜੀ ਉਹ ਸਾਨੂੰ ਸਾਰੇ ਪਾਸਿਓਂ ਜ਼ਰੂਰ ਹੈ ਕਿ ਇਹ ਆਪਾਂ ਹੁਣ ਦੇ ਕਲਯੁਗ ਦੇ ਅੰਦਰ ਤਾਂ ਬਹੁਤ ਜ਼ਿਆਦਾ ਕਿ ਮਾਇਆ ਜਿਹੜੀ ਸਾਰੇ ਪਾਸਿਓਂ ਘੇਰਾ ਪਾ ਕੇ ਸਾਨੂੰ ਦੱਬਣ ਨੂੰ ਬੈਠੀ ਆ। ਲੇਕਿਨ ਅਸੀਂ ਇਸ ਮਾਇਆ ਨੂੰ ਜਿਹੜਾ ਇਹ ਨਾ ਮਾਇਆ, ਬਾਕੀ ਸਾਰੇ ਕੰਮ ਧੰਦੇ ਸਾਡੇ ਚੱਲ ਰਹੇ ਨੇ, ਲੇਕਿਨ ਇਹ ਮਾਇਆ ਦਾ ਜਿਹੜਾ ਕੋਨਾ ਨਾ, ਉਹ ਸਾਡੇ ਇੱਕ ਕੋਨੇ 'ਚ ਬੈਠਾ, ਉਹਨੂੰ ਅਸੀਂ ਆਪਣੀ ਸ਼ਖਸੀਅਤ ਦੇ ਉੱਤੇ ਭਾਰੂ ਨਹੀਂ ਪੈਣ ਦੇਣਾ। ਬਿਲਕੁਲ, ਇਹ ਗੱਲ ਤਾਂ ਬਹੁਤ ਵਧੀਆ ਕਹੀ। ਅਗਰ ਦੇਖਿਆ ਜਾਏ ਬੱਚਿਆਂ ਤੋਂ ਇਲਾਵਾ ਬਿਲਕੁਲ ਤੁਸੀਂ ਸਹੀ ਕਿਹਾ, ਅਗਰ ਉਹ ਭਾਰੀ ਹੋ ਜਾਵੇ ਤੇ ਐਂਡ ਤੱਕ ਜਿਹੜੀ ਹੈ ਉੱਦਾਂ ਹੀ ਰਹਿੰਦੀ ਹੈ, ਭਾਰੀ ਹੀ ਰਹਿੰਦੀ ਹੈ ਹਰ ਇਨਸਾਨ ਦੇ ਉੱਪਰ। ਬਿਲਕੁਲ, ਇਹ ਐਗਜ਼ਾਮਪਲਸ ਤੇ ਬਹੁਤ ਸਾਰੀਆਂ ਨੇ। ਅਸੀਂ ਦਰਸ਼ਕਾਂ ਨੂੰ ਐਗਜ਼ਾਮਪਲ ਕੀ ਦੱਸੀ, ਦਰਸ਼ਕ ਆਪੇ ਜਾਣਦੇ ਹੋਣਗੇ, ਉਹਨਾਂ ਦੇ ਸਾਹਮਣੇ ਵੀ, ਉਹਨਾਂ ਦੇ ਮੂਹਰੇ ਵੀ ਬੜੀਆਂ ਇਹੋ ਜਿਹੀ ਐਗਜ਼ਾਮਪਲਾਂ ਹੋਣਗੀਆਂ ਤੇ ਸਾਨੂੰ ਉਹ ਮੈਸੇਜ ਕਰਕੇ ਵੀ ਦੱਸ ਸਕਦੇ ਨੇ। ਬਿਲਕੁਲ ਸਾਡੇ ਤੇ ਮੈਸੇਜ ਕਰਕੇ ਦੱਸ ਸਕਣ ਜੇ ਉਹਨਾਂ ਨੂੰ ਕਿੱਦਾਂ ਲੱਗਦਾ ਹੁੰਦਾ, ਕੋਈ ਐਕਸਪੀਰੀਅੰਸ ਹੈ ਇੱਦਾਂ ਦਾ, ਜਾਂ ਉਹਨਾਂ ਦੇ ਬੱਚਿਆਂ ਨਾਲ ਜੋ ਵੀ ਕੋਈ ਗੱਲਬਾਤ ਆ, ਸਾਨੂੰ ਜ਼ਰੂਰ ਦੱਸਣ। ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਇੱਥੇ ਉਹਨਾਂ ਦਾ ਮੁੱਦਾ ਜਿਹੜਾ ਆਪਾਂ ਚੁੱਕ ਪਾਈਏ। ਕਿ ਰਮਨ, ਬਿਲਕੁਲ ਦੇਖੋ ਤਨਦੀਪ, ਹੁਣ ਆਪਾਂ ਜ਼ਰੂਰ, ਅਗਰ ਸਾਡੇ ਦਰਸ਼ਕ ਵੀ ਸਾਡੇ ਪੇਜ ਦੇ ਉੱਤੇ ਜਾ ਕੇ ਸਾਨੂੰ ਕੋਈ ਵੀ ਸੁਝਾਅ ਮੰਗਣਗੇ, ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਅਸੀਂ ਉਹਦੇ ਉੱਤੇ ਗੱਲਬਾਤ ਕਰੀਏ, ਔਰ ਗੱਲਬਾਤ ਵੀ ਇੱਕ ਵਧੀਆ ਤਰੀਕੇ ਦੇ ਨਾਲ ਮੂਹਰੇ ਲੈ ਕੇ ਆਈਏ ਕਿ ਜਿਹੜੀ ਸਾਡੇ ਦਰਸ਼ਕਾਂ ਦੇ ਸਮਝ 'ਚ ਪਵੇ। ਕਿ ਕੋਸ਼ਿਸ਼ ਅਸੀਂ ਇਹੀ ਕਰਾਂਗੇ। ਤੇ ਤਨਦੀਪ, ਇੱਥੇ ਸਾਡੀ ਇੱਕ ਗੱਲ ਇਹ ਵੀ ਰਹੇਗੀ ਕਿ ਇਹ ਹੋ ਗਿਆ ਸਾਡਾ ਚਰਿੱਤਰ ਤੱਕ ਲੈ ਕੇ, ਕਿ ਵਿੱਚ ਮਾੜੀ ਜੀ ਗੱਲ ਮੈਂ ਮਾਇਆ ਦੀ ਵੀ ਕਰ ਦਿੱਤੀ। ਮਾਇਆ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਹੁੰਦੀ, ਸਿਰਫ ਇੱਕ ਪੈਸੇ ਨੂੰ ਆਪਾਂ ਮਾਇਆ ਨਹੀਂ ਕਹਿ ਸਕਦੇ, ਬਹੁਤ ਸਾਰੇ ਨਾਮ ਨੇ ਮਾਇਆ ਦੇ। ਤਾਂ ਦੂਜਾ ਤੰਦੀਪ, ਮੈਂ ਤੁਹਾਨੂੰ ਦੱਸਦੀ ਹਾਂ, ਜਦੋਂ ਇੱਥੋਂ ਤੱਕ ਬੱਚੇ ਦੀ ਸ਼ਖਸੀਅਤ ਹੋ ਗਈ, ਠੀਕ ਹੈ, ਸਾਡਾ ਚਰਿੱਤਰ ਦੀ ਵੀ ਅਸੀਂ ਗੱਲ ਕਰ ਰਹੀ ਹਾਂ। ਹੁਣ ਤੰਦੀਪ ਇੱਥੇ ਮੈਂ ਥੋੜੀ ਜਿਹੀ ਗੱਲ ਇਹ ਵੀ ਕਰਨਾ ਚਾਹੂੰਗੀ ਕਿ ਹੱਸਣੇ ਨੂੰ ਲੈ ਕੇ, ਕਿ ਸਾਡੀ ਸ਼ਖਸੀਅਤ ਦਾ ਇੱਕ ਜਿਹੜਾ ਸਭ ਤੋਂ ਮੇਨ ਸੋਲਿਡ ਜਿਹੜਾ ਥੰਮ ਆ, ਉਹ ਹੈਗਾ ਹੱਸਣਾ। ਅੱਜ ਦਾ ਜਿਹੜਾ ਜ਼ਮਾਨਾ ਨਾ ਤੰਦੀਪ, ਸ਼ਾਇਦ ਅਸੀਂ ਆਪਣੇ ਰੁਝੇਵਿਆਂ ਦੇ ਅੰਦਰ ਨਾ ਹੱਸਣਾ ਭੁੱਲ ਗਏ ਆ ਜੀ। ਔਰ ਮੈਂ ਤੁਹਾਨੂੰ ਦੱਸਾਂ ਕਿ ਹੱਸ ਅਸੀਂ ਕਿਵੇਂ ਰੱਖ ਸਕਦੇ ਹਾਂ। ਦੇਖੋ, ਕਿਸੇ ਨੂੰ ਲੈ ਕੇ ਆਪਣੇ ਮਨ ਦੇ ਅੰਦਰ ਕੋਈ ਸ਼ੰਕਾ ਨਾ ਰੱਖਣਾ, ਕਿਸੇ ਨੂੰ ਦੇਖ ਕੇ ਐਵੇਂ ਕੜੀ ਨਾ ਜਾਣਾ ਕਿ ਅਗਰ ਤੁਹਾਨੂੰ ਉਹ ਬੰਦਾ ਚੰਗਾ ਨਹੀਂ ਲੱਗਦਾ ਤਾਂ ਤੁਸੀਂ ਉਹਦੇ ਤੋਂ ਪਰੇ ਹੋਣਾ ਚੰਗਾ ਸਮਝੋ। ਬਿਲਕੁਲ, ਮਤਲਬ ਜ਼ਰੂਰਤ, ਮੈਨੂੰ ਲੱਗਦਾ ਰਮਨ, ਅਗਰ ਕੋਈ ਬੰਦਾ ਤੁਹਾਨੂੰ ਚੰਗਾ ਨਹੀਂ ਲੱਗਦਾ, ਉਸ ਕੋਲ ਪਰੇ ਕੀ ਹੋਣਾ, ਆਪਣੇ ਅੰਦਰ ਇੱਕ ਇਨਸਾਨ ਇੰਨਾ ਜ਼ਿਆਦਾ ਸਟਰੋਂਗ ਹੋਣਾ ਚਾਹੀਦਾ ਕਿ ਉਹ ਸ਼ਖਸ ਤੁਹਾਡੇ ਮੂਹਰੇ ਆ ਕੇ ਖੜਾ ਵੀ ਹੋ ਜਾਏ ਨਾ, ਤੁਹਾਨੂੰ ਕੋਈ ਅਸਰ ਨਾ ਹੋ। ਤਨਦੀਪ, ਇਹੀ ਸ਼ਖਸੀਅਤ ਦਾ ਜਿਹੜਾ ਇੱਕ ਸਭ ਤੋਂ ਮੇਨ ਥੰਬ ਹੈ, ਇਹੀ ਮੈਂ ਤੁਹਾਨੂੰ ਕਹੂੰਗੀ। ਤੁਸੀਂ ਕਿਹਾ ਕਿ ਚਲੋ ਇੰਨਾ ਸਟਰੋਂਗ ਹੋਣਾ ਚਾਹੀਦਾ, ਇਹ ਆਪਾਂ ਜ਼ਰੂਰ ਗੱਲ ਕਵਾਂਗੇ। ਔਰ ਉਹ ਬੰਦਾ ਸਟਰੋਂਗ ਕਿਸ ਤਰ੍ਹਾਂ ਬਣ ਸਕਦਾ, ਇਹ ਵੀ ਮੈਂ ਤੁਹਾਡੇ ਨਾਲ ਸਾਂਝਾ ਕਰਾਂਗੀ। ਸਭ ਤੋਂ ਪਹਿਲਾਂ ਸਾਡੇ ਵਿੱਚ ਭਾਵਨਾ ਹੋਣੀ ਚਾਹੀਦੀ ਮਾਫ ਕਰਨ ਦੀ। ਬਿਲਕੁਲ, ਦੇਖੋ, ਕਿਸੇ ਵੀ ਚੀਜ਼ ਨੂੰ ਅਗਰ ਅਸੀਂ ਵਾਰ-ਵਾਰ, ਮੈਂ ਤੁਹਾਨੂੰ ਗੱਲ ਕਹੀ ਕਿ ਅਸੀਂ ਕੜੀ ਜਾਵਾਂਗੇ, ਸੋਚ ਕੇ ਕੜੀ ਜਾਵਾਂਗੇ, ਮਾਫ ਕਰਨ ਦੀ ਭਾਵਨਾ ਸਾਡੇ 'ਚ ਹੋਣੀ ਚਾਹੀਦੀ। ਦੇਖੋ, ਅਸੀਂ ਅੱਜ ਕੱਲ੍ਹ ਜਿਹੜਾ ਹੁਣ ਦਾ ਜ਼ਮਾਨਾ ਨਾ, ਉਹ ਪਤਾ ਕੀ ਕਰਦੇ ਆ, ਅਸੀਂ ਇਹ ਸੋਚਦੇ ਆ ਅਗਰ ਅਸੀਂ ਕਿਸੇ ਤੋਂ ਮਾਫੀ ਮੰਗ ਲਈਏ ਨਾ ਤਾਂ ਸ਼ਾਇਦ ਅਸੀਂ ਛੋਟੇ ਹੋ ਗਏ, ਅਸੀਂ ਕੀ ਆ, ਸਾਨੂੰ ਦਬਾ ਲਿਆ ਉਸ ਬੰਦੇ ਨੇ, ਕਿਉਂਕਿ ਅਸੀਂ ਜਾ ਕੇ ਉਹਦੇ ਤੋਂ ਮਾਫੀ ਮੰਗ ਲਈ, ਤੇ ਜੇ ਮੈਂ ਮਾਫੀ ਮੰਗ ਲਾਂਗਾ ਤਾਂ ਮੈਂ ਨੀਵਾਂ ਹੋ ਜਾਊਂਗਾ, ਇਸ ਕਰਕੇ ਮੈਂ ਮਾਫੀ ਮੰਗਣੀ ਨਹੀਂ। ਤਨਦੀਪ, ਇੱਥੇ ਮੈਂ ਤੁਹਾਨੂੰ ਛੋਟੀ ਜਿਹੀ ਉਦਾਹਰਨ ਦਊਂਗੀ। ਦੇਖੋ, ਅਸੀਂ ਇੱਕ ਕੱਪ ਦੀ ਉਦਾਹਰਨ ਲੈਂਦੇ ਹਾਂ। ਮੈਂ ਤੁਹਾਨੂੰ ਦੱਸਦੀ ਹਾਂ, ਤੁਸੀਂ ਅਗਰ ਮਾਫੀ ਮੰਗਣ ਦੇ, ਇਹ ਮੈਂ ਉਦਾਹਰਨ ਤਾਂ ਦੇ ਰਹੀ ਹਾਂ ਕਿਉਂਕਿ ਅਗਰ ਤੁਸੀਂ ਮਾਫੀ ਮੰਗਣ ਦੇ ਅੰਦਰ ਜ਼ਿਆਦਾ ਟਾਈਮ ਲਗਾਉਂਦੇ ਜਾਓਗੇ ਨਾ, ਉਹ ਵੇਲਾ ਤੁਹਾਡੇ ਹੱਥ ਨਹੀਂ ਆਉਣਾ। ਔਰ ਜਿਹੜੀ ਉਹ ਮੈਂ ਤੁਹਾਨੂੰ ਦੱਸਦੀ ਕੱਪ ਦੀ ਉਦਾਹਰਨ ਅਸੀਂ ਇਸ ਕਰਕੇ ਦੇ ਰਹੇ ਹਾਂ ਕਿ ਇੱਕ ਕੱਪ ਹੈ, ਉਹਨੂੰ ਅਗਰ ਉਹ ਕੱਪ ਤੁਹਾਡਾ ਸਮਝ ਲਓ ਪਸੰਦੀਦਾ ਕੱਪ ਸੀ, ਔਰ ਉਹ ਕੱਪ ਤੁਹਾਡਾ ਅਗਰ ਟੁੱਟ ਗਿਆ, ਉਸ ਕੱਪ ਨੂੰ ਜੋੜਨ ਦੇ ਲਈ ਅਗਰ ਤੁਸੀਂ ਸਮਾਂ ਪਾਉਂਦੇ ਜਾਓਗੇ, ਅਗਰ ਉਹ ਕੱਪ ਟੁੱਟ ਗਿਆ, ਤੁਸੀਂ ਇੱਕ ਔਨ ਸਪੌਟ ਉਹਨੂੰ ਚੱਕ ਕੇ ਗਲੂ ਲਗਾਈ ਔਰ ਜੋੜ ਦਿੱਤਾ, ਬਿਲਕੁਲ ਉਹ ਇੱਕਦਮ ਜੁੜ ਜਾਏਗਾ। ਲੇਕਿਨ ਅਗਰ ਉਹ ਕੱਪ ਟੁੱਟ ਗਿਆ, ਉਸ ਨੂੰ ਤੁਸੀਂ ਟੁੱਟੇ ਹੋਏ ਨੂੰ ਰੱਖਤਾ ਔਰ ਸੋਚਿਆ ਮੈਂ ਕੱਲ ਜੋੜੂੰਗੀ, ਪਰਸੋਂ ਜੋੜੂੰਗੀ, ਫਿਰ 2-4 ਦਿਨਾਂ ਬਾਅਦ ਜੋੜ ਲੂੰਗੀ, ਲੇਕਿਨ ਤੰਦੀਪ ਮੈਂ ਤੁਹਾਨੂੰ ਇਹ ਗੱਲ ਸਪਸ਼ਟ ਦੱਸ ਦੇਣੀ ਚਾਹੀਦੀ ਹੈ, ਜਦੋਂ ਅਗਰ ਤੁਸੀਂ 5-7 ਦਿਨਾਂ ਦੇ ਬਾਅਦ ਉਸ ਕੱਪ ਨੂੰ ਗਲੂ ਲਗਾ ਕੇ ਜੋੜੋਗੇ ਨਾ, ਉਹ ਗੈਪ ਖਤਮ ਨਹੀਂ ਹੋਏਗਾ। ਬਿਲਕੁਲ, ਉਹ ਜਿਹੜੇ ਕੱਪ ਦੀ ਜਿਹੜੀ ਇੱਕਦਮ ਜੋੜਨ ਵਾਲੀ ਸ਼ੇਪ ਸੀ ਔਰ 5-7 ਦਿਨਾਂ ਦੇ ਬਾਅਦ ਜੋੜਨ ਵਾਲੀ ਸ਼ੇਪ ਸੀ, ਉਹ ਬਿਲਕੁਲ ਵੈਸੀ ਨਹੀਂ ਰਹੇਗੀ। ਰਮਨ, ਮੈਨੂੰ ਇੱਥੇ ਇੱਕ ਉਦਾਹਰਨ ਇਸ ਦੇ ਉੱਪਰ ਨਾ ਬਿਲਕੁਲ ਫਿੱਟ ਬੈਠਦਾ, ਕੱਲ ਕਰੇ ਸੋ आज करे सो अब कर। ਇਹ ਜਿਹੜਾ ਮੁਹਾਵਰਾ ਨਾ, ਇਹ ਇਸ ਗੱਲ ਦੇ ਉੱਪਰ ਬਿਲਕੁਲ ਫਿੱਟ ਬੈਠਦਾ। ਜਿੰਨਾ ਅਸੀਂ ਇਹਨੂੰ ਕਹਿੰਦੇ ਨਾ ਕਿ ਅੱਜ ਅਸੀਂ ਕੰਮ ਨਹੀਂ ਕਰਾਂਗੇ, ਕੱਲ ਕਰਾਂਗੇ, ਕੀ ਪਤਾ ਕੱਲ ਵੇਖਿਆ ਕਿਨੇ ਨਹੀਂ ਵੇਖਿਆ, ਤੇ ਉੱਦਾਂ ਹੀ ਇੱਕ ਡਿਸਟੈਂਸ ਜਿਹੜਾ ਉਹ ਰਹਿ ਜਾਂਦਾ। ਜੋ ਚੀਜ਼ ਨੂੰ ਤੁਸੀਂ ਖਤਮ ਕਰਨਾ ਚਾਹੁੰਦੇ ਹੋ, ਉਸਨੂੰ ਉਸੇ ਟਾਈਮ ਕਰ ਦਿੱਤਾ ਜਾਏ ਤੇ ਬਹੁਤ ਹੀ ਜ਼ਿਆਦਾ ਵਧੀਆ। ਹਮੇਸ਼ਾ ਇਨਸਾਨ ਵਿੱਚ ਹੋਣਾ ਚਾਹੀਦਾ, ਅਗਰ ਅਗਲਾ ਬੰਦਾ ਕੁਝ ਤੁਹਾਨੂੰ ਗੁੱਸਾ ਵੀ ਕਰ ਰਿਹਾ, ਕੁਝ ਵੀ ਕਹਿ ਰਿਹਾ, ਤੁਸੀਂ ਅੱਗੋਂ ਕੂਲ ਰਹੋ।
ਅਗਰ ਕੂਲ ਰਹੋਗੇ ਨਾ ਮੈਨੂੰ ਲੱਗਦਾ ਉਹ ਤੁਸੀਂ ਨੇ ਉਸ ਟਾਈਮ ਪੂਰੀ ਦੁਨੀਆ ਜਿਹੜੀ ਆ ਉਹ ਜਿੱਤ ਲੈਂਦੀ ਹੈ। ਮੈਂ ਤੁਹਾਨੂੰ ਦੱਸਦੀ ਆ, ਦੇਖੋ ਕਿ ਇਹੀ ਹੁੰਦਾ ਮਾਫ ਕਰਨ ਦਾ। ਬਿਲਕੁਲ। ਔਰ ਦੂਸਰਾ, ਅਗਰ ਤੁਸੀਂ ਹੱਸਣਾ ਚਾਹੁੰਦੇ ਹੋ ਨਾ ਤਾਂ ਤੁਹਾਨੂੰ ਆਪਣੇ ਜਜ਼ਬਾਤਾਂ ਤੇ ਕਾਬੂ ਪਾਉਣਾ ਪੈਣਾ। ਬਿਲਕੁਲ। ਦੇਖੋ ਕਈ ਲੋਕ ਹੁੰਦੇ ਆ, ਜਿਵੇਂ ਮੇਰੀ ਹੀ ਐਗਜ਼ਾਮਪਲ ਲਾ ਲਓ, ਮੇਰੇ ਵਰਗਾ ਇਨਸਾਨ ਹੁੰਦਾ ਕਿ ਅਗਰ ਮਾੜਾ ਜਿਹਾ ਦੁੱਖ ਆ ਗਿਆ ਸਾਨੂੰ ਰੋਣਾ ਵੀ ਬਹੁਤ ਛੇਤੀ ਆਉਂਦਾ, ਤੇ ਅਗਰ ਥੋੜੀ ਜੀ ਹਾਸੇ ਵਾਲੀ ਗੱਲ ਹੋ ਗਈ ਤਾਂ ਸਾਨੂੰ ਹੱਸਣਾ ਵੀ ਬਹੁਤ, ਹਾਸਾ ਵੀ ਬਹੁਤ ਛੇਤੀ ਆ ਜਾਂਦਾ। ਲੇਕਿਨ ਹਮੇਸ਼ਾ ਉਹ ਬੰਦਾ ਹਮੇਸ਼ਾ ਹੀ ਹੱਸਦਾ ਰਹੇਗਾ ਜਿਹੜੇ ਆਪਣੀ ਫੀਲਿੰਗਸ ਦੇ ਉੱਪਰ, ਆਪਣੇ ਜਜ਼ਬਾਤਾਂ ਦੇ ਉੱਤੇ ਜਿਹੜਾ ਕਾਬੂ ਪਾ ਲੈਂਦਾ। ਇਹ ਉਦਾਹਰਣ ਮੈਂ ਤੁਹਾਨੂੰ ਦੱਸਦੀ ਹਾਂ। ਅਗਰ ਸਾਡਾ ਕੋਈ ਨੇੜਲਾ ਬੰਦਾ, ਕਿਸੇ ਦੀ ਮੌਤ ਹੋ ਜਾਂਦੀ ਹੈ, ਤਾਂ ਅਗਰ ਅਸੀਂ ਆਪਣੇ ਖਾਸ ਦੀ ਮੌਤ ਦੇ ਉੱਤੇ ਆਪਣੇ ਹੰਝੂਆਂ ਨੂੰ ਕੰਟਰੋਲ ਕਰ ਲਿਆ ਨਾ, ਤਾਂ ਸਮਝ ਲਓ ਅਸੀਂ ਆਪਣੇ ਜਜ਼ਬਾਤਾਂ ਨੂੰ ਜਿਹੜਾ ਕਾਬੂ ਪਾ ਲਿਆ ਹੋਇਆ। ਬਿਲਕੁਲ ਬਿਲਕੁਲ। ਔਰ ਰਮਨ ਇੱਕ ਚੀਜ਼ ਹੋਰ, ਤੁਸੀਂ ਜਿਵੇਂ ਕਿਹਾ ਨਾ ਕਿ ਉਸ ਸਮੇਂ ਅਸੀਂ ਆਂਸੂਆਂ ਤੇ ਕੰਟਰੋਲ ਕਰਨਾ, ਤੇ ਕਿਵੇਂ ਕਰ ਸਕਦਾ ਕੋਈ? ਅਗਰ ਸਾਡੀ, ਦੇਖੋ ਜਿਹੜਾ ਮੈਂ ਤੁਹਾਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੀ ਸਟੇਜਿਸ ਜਿਸ ਹਿਸਾਬ ਦੇ ਨਾਲ ਮੈਂ ਸਮਝਾਈਆਂ ਨੇ ਨਾ, ਅਗਰ ਉਸ ਹਿਸਾਬ ਦੇ ਨਾਲ ਸਾਡਾ ਜੀਵਨ ਗੁਜ਼ਰਿਆ ਨਾ, ਤਾਂ ਸਮਝ ਲਓ ਸਾਡੀ ਉਹ ਜਿਹੜੀ ਸਟੇਜ ਖੁਦ ਹੀ ਬਣ ਗਈ। ਅਸੀਂ ਦੇਖਿਆ ਕਈ ਲੋਕ ਅਸੀਂ ਦੇਖੇ ਨੇ ਕਿ ਨਾ ਉਹ ਬਹੁਤ ਹੀ ਖੁਸ਼ੀ ਦੇ ਉੱਤੇ ਹੱਸਦੇ ਨੇ ਤੇ ਨਾ ਉਹ ਬਹੁਤ ਹੀ ਗਮੀ ਦੇ ਉੱਤੇ ਰੋਂਦੇ ਨੇ, ਕਿਉਂਕਿ ਉਹਨਾਂ ਨੇ ਆਪਣੇ ਅੰਦਰ ਨੂੰ, ਆਪਣੀ ਸ਼ਖਸੀਅਤ ਨੂੰ, ਆਪਣੇ ਜਿਹੜੇ ਵੀ ਉਹਨਾਂ ਦੇ ਜਜ਼ਬੇ ਨੇ ਉਹਦੇ ਉੱਤੇ ਜਿਹੜਾ ਕਾਬੂ ਪਾ ਲਿਆ ਹੁੰਦਾ। ਬਿਲਕੁਲ ਬਿਲਕੁਲ। ਔਰ ਇਸ ਦੇ ਨਾਲ ਮੈਂ ਵੀ ਤੁਹਾਡੇ ਸਾਰਿਆਂ ਨੂੰ ਇੱਕ ਸਲਾਹ ਦੇਣਾ ਚਾਹਾਂਗੀ, ਜਿਵੇਂ ਕਿਸੇ ਦੀ ਮੌਤ ਹੋ ਜਾਂਦੀ ਹੈ, ਜਿਵੇਂ ਰਮਨ ਨੇ ਵੀ ਕਿਹਾ ਕਿ ਉਸ ਸਮੇਂ ਅਗਰ ਤੁਸੀਂ ਆਪਣੇ ਰੋਣੇ ਤੇ ਕਾਬੂ ਪਾ ਲਿਆ ਤੇ ਤੁਸੀਂ ਕਾਫੀ ਜ਼ਿਆਦਾ ਸਟਰੋਂਗ ਹੋ ਸਕਦੇ ਹੋ। ਕਿਵੇਂ? ਅਗਰ ਤੁਹਾਨੂੰ ਰੋਣਾ ਆਉਂਦਾ ਵੀ ਹੈ, ਤੁਸੀਂ ਉਸ ਟਾਈਮ ਆਪਣੇ ਰੱਬ ਨੂੰ ਯਾਦ ਕਰੋ, ਤੁਸੀਂ ਆਪਣੇ ਖੁਦਾ ਨੂੰ ਯਾਦ ਕਰੋ, ਆਪਣੇ ਭਗਵਾਨ ਨੂੰ ਯਾਦ ਕਰੋ, ਜਿਹਨੂੰ ਤੁਸੀਂ ਯਾਦ ਕਰਨਾ ਤੁਸੀਂ ਯਾਦ ਕਰ ਸਕਦੇ ਹੋ, ਉਹਨਾਂ ਦਾ ਨਾਮ ਜਪੋ, ਤੇ ਤੁਹਾਨੂੰ ਇਹ ਪੂਰੀ ਗਰੰਟੀ ਹੈ ਕਿ ਤੁਹਾਨੂੰ ਰੋਣਾ ਨਹੀਂ ਆਏਗਾ। ਕਿਉਂ ਰਮਨ? ਬਿਲਕੁਲ। ਇਹ ਵੀ ਆਪਾਂ ਗੱਲ ਕੀਤੀ ਹੈ ਕਿ ਇਸ ਦੇ ਨਾਲ ਹੀ ਸ਼ਖਸੀਅਤ ਨੂੰ ਉਭਾਰਨ ਦੇ ਨਾਲ, ਪ੍ਰਫੁੱਲਿਤ ਕਰਨ ਦੇ ਨਾਲ ਹੀ ਤੁਸੀਂ ਆਪਣੇ ਜਜ਼ਬਾਤਾਂ ਦੇ ਉੱਤੇ ਜਿਹੜਾ ਕਾਬੂ ਪਾ ਲੈਂਦੇ ਆ। ਨਾਮ ਸਿਮਰਨ ਤੇ ਤਨਦੀਪ, ਉਹ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਸਭ ਤੋਂ ਜਿਹੜਾ ਸੋਲਿਡ ਆ, ਜਿਹੜਾ ਪੁਆਇੰਟ ਹੈ, ਕਿ ਜਿਹੜਾ ਸਭ ਤੋਂ ਮੇਨ ਹੈਗਾ, ਉਹ ਤਾਂ ਇਹੀ ਚੀਜ਼ ਹੈ। ਬਿਲਕੁਲ ਬਿਲਕੁਲ। ਤੇ ਤਨਦੀਪ, ਹੁਣ ਗੱਲਾਂ ਬਾਤਾਂ ਤਾਂ ਸਾਡੇ ਕੋਲ ਬਹੁਤ ਨੇ, ਤਾਂ ਮੇਰਾ ਦਿਲ ਵੀ ਕਰ ਰਿਹਾ ਕਿ ਮੈਂ ਦਰਸ਼ਕਾਂ ਦੇ ਨਾਲ ਆਪਣਾ ਜਿਹੜਾ ਹੋਰ ਤਜਰਬਾ ਵਾ ਅਸੀਂ ਤੁਹਾਡੇ ਨਾਲ ਸਾਂਝਾ ਕਰੀਏ, ਲੇਕਿਨ ਤਨਦੀਪ ਮੈਨੂੰ ਲੱਗਦਾ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਦੇਖਿਆ ਜਾਏ ਤੇ ਘੜੀ ਜਿਹੜੀ ਹੁਣ ਟਾਈਮ ਦੱਸ ਰਹੀ ਹੈ ਕਿ ਹੁਣ ਸਾਡਾ ਜਾਣ ਦਾ ਸਮੇਂ ਜਿਹੜਾ ਉਹ ਆ ਗਿਆ, ਤੇ ਹੁਣ ਅਸੀਂ ਚੱਲਦੇ ਹਾਂ। ਤੁਹਾਡੇ ਨਾਲ ਫਿਰ ਮੁਲਾਕਾਤ ਹੋਏਗੀ ਪੰਜਾਬੀ ਤੜਕੇ 'ਚ ਕੁਝ ਹੋਰ ਤੜਕੇਦਾਰ ਚੀਜ਼ ਜਿਹੜੀ ਲੈ ਕੇ ਤੁਹਾਡੇ ਨਾਲ ਫਿਰ ਹਾਜ਼ਰ ਹੋਵਾਂਗੀ। ਤਬ ਤੱਕ ਵਾਸਤੇ ਤੁਸੀਂ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।